सतनाम वाहिगुरु साहिब जी। जीहो निर्मल बारहों निर्मल, बारहों ता निर्मल जीहो निर्मल। सरत गुर ते करनी कमाणी, कूड़ की सोए पहुँचा है नाही। मनसा सच समाणी, जन्म रतन जिनी खटिया। भले से बन जारे, कह नानक जिन मन निर्मल। सदा रहे गुर नाले, जन्म रतन जिनी खटिया। भले से बन जारे, कह नानक जिन न मन निर्मल। सदा रहे गुर नाले। वाहिगुरु जी का खालसा, वाहिगुरु जी की फतेह। गुरु प्यारी साध संगत जी, आप जी अति वडभागे हो जो कि सतगुरां दे पावन गुरु शब्दी चरणां विच हाजरियां भर के सतगुरु जी वल्लों बख्शिया होया अमोलक मनुखा जन्म सफल करन दा सफल यतन कर रहे हो। सतगुरु गुरु अमरदास महाराज जिन्हां दी उचारण कीती हुई पावन पवित्र बाणी आनंद साहिब जी दी 20वीं पौड़ी का आप जी ने मूल पाठ सरवण किया है। जिस तरह सतगुरु जी 19वीं पौड़ी दे विच बख्शिश करते हैं कि जिन्हां मनुखां दी जीवन की अवस्था इदां दी है कि जीओ मैले बाहरों निर्मल। उन्हां मनुखां ने अपना जिहड़ा जन्म है तिनी जन्म जूए हारिया, पर जिहड़े अंदरों बाहरों एक हन उन्हां दे बारे गुरु साहब जी अज किरपा कर रहे हैं। कहंदे जन्म रतन जिनी खटिया, भले से बन जा रहे। क्योंकि जिन्नी कीमती चीज़ होंदी है ना उन्नी उहदी संभाल भी जरूरी है। ये बहुत कीमती ये मनुखा जन्म सानू प्राप्त होया है, इहदी संभाल भी उन्नी बहुत लोड़ींदी है। सतगुरु इस गल नूं समझाउंदे आ, सब किरपा कर रहे। कहंदे सतगुर ते करनी कमाणी, जो गुरु हदायत करता है, गुरु समझाउंदा है, जे असीं उहदे मुताबक जीवन ढालण दा यतन करते हैं फिर ये जीवन साडा सफल हो जाता है। क्योंकि सतगुरु ने यह भी समझा दिता भाई ये बहुत अमोलक है। मनुखा जन्म जिहड़ा बड़ा दुर्लभ है। दुर्लभ कहंदे कठिनाई दे नाल जिहड़ी चीज़ प्राप्त होंदी है। तैनूं बहुत मुश्किल दे नाल ये मनुखा जन्म मिलिया है, पर याद रखी ये जिन्नी अमोलक चीज़ होंदी है, जिन्नी कीमती चीज़ होंदी है, उन्होंने खतरा होंदा है तो इनू खतरे भी हैं और अंदरों खतरे है। साहब कहते इस देही अंदर पंच चोर वसै, काम क्रोध लोभ मोह हंकारा। वो की करते हैं? अमृत लूटै मन मुख नहीं बूझे कोई ना सुने पुकारा। वो तेरे शुभ गुणों नूं लुट रहे, सानू पता ही नहीं लगता अंदरों अंदरी मनुख का जीवन जिहड़ा है उन्होंने खोखला कर देंदे है, खत्म कर देते हैं। तो सतगुरु कहते जे अंदरों बाहरों एक हो जाएगा
ਜਦੋਂ ਗੁਰੂ ਦੀ ਦੱਸੀ ਹੋਈ ਮਰਿਆਦਾ ਨੂੰ ਧਾਰਨ ਕਰੇਗਾ, ਗੁਰੂ ਦੀ ਹਦਾਇਤ ਦੇ ਮੁਤਾਬਕ ਜੀਵਨ ਬਤੀਤ ਕਰੇਗਾ, ਤੇ ਫਿਰ ਇਹ ਜੀਵਨ ਸਫਲ ਹੈ। ਕਿਉਂਕਿ ਉਹਨੇ ਦਿੱਤਾ ਹੀ ਤੈਨੂੰ ਇਸ ਕਰਕੇ ਹੈ, ਉਹਦੀ ਕਿਰਪਾ ਦੇ ਨਾਲ ਮਿਲਿਆ ਹੈ। ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਇਹ ਹੀਰਾ ਦਿੱਤਾ ਹੈ, ਕਹਿੰਦੇ ਤੂੰ ਮੈਨੂੰ ਆਪਣਾ ਜੀਵਨ ਮੇਰੇ ਹਵਾਲੇ ਕਰ ਦੇ, ਤੈਨੂੰ ਮੈਂ ਹੀਰਾ ਦਿਆਂਗਾ। ਕਿਹੜਾ? ਨਾਮ ਦਾ ਹੀਰਾ ਦਿਆਂਗਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਜਦੋਂ ਨਾਮ ਦੀ ਦਾਤ ਮਿਲੀ, ਨਾਮ ਦਾ ਹੀਰਾ ਮਿਲਿਆ, ਡਿੱਗੇ ਨਾ ਡੋਲੈ ਦ੍ਰਿੜ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ। ਕਿਉਂਕਿ ਠੱਗ ਬਥੇਰੇ ਆ ਦੁਨੀਆ ਦੇ ਵਿੱਚ, ਬਹੁਤ ਮਿਲਣਗੇ। 22 ਠੱਗਾਂ ਦੇ ਵਿੱਚ ਇੱਕੋ ਹੀ ਗੁਰੂ ਬੈਠਾ ਸੀ ਨਾ, ਪਹਿਚਾਨਣ ਵਾਲੇ ਨੇ ਪਹਿਚਾਨ ਲਿਆ। ਅੱਜ ਮਾਫ ਕਰਨਾ, ਗਿਣਤੀ ਹਜ਼ਾਰਾਂ ਦੇ ਵਿੱਚ ਹੈ। ਤੇ ਉਹ ਪਹਿਚਾਣ ਕਿੱਦਾਂ ਹੋਏਗੀ? ਜਿੱਦਣ ਅਸੀਂ ਗੁਰੂ ਦੀ ਮੱਤ ਨੂੰ ਜੀਵਨ ਦੇ ਵਿੱਚ ਧਾਰਨ ਕਰਾਂਗੇ, ਗੁਰਮਤਿ ਦੀ ਰੋਸ਼ਨੀ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਾਂਗੇ। ਕਿਉਂਕਿ ਜੀਵਨ ਤਾਂ ਮਿਲ ਗਿਆ, ਇਹਨੂੰ ਸਫਲ ਕਿੱਦਾਂ ਕਰਨਾ? ਜਦੋਂ ਸਤਿਗੁਰ ਦੀ ਮੱਤ ਲਏਗਾ, ਸਤਿਗੁਰ ਤੇ ਕਰਨੀ ਕਮਾਣੀ, ਗੁਰੂ ਦੀ ਹਦਾਇਤ ਲਏਗਾ। ਗੁਰੂ ਕੀ ਹਦਾਇਤ ਕਰਦਾ? ਜਦੋਂ ਸਤਿਗੁਰ ਦੇ ਕੋਲ ਆਏਗਾ ਤੇ ਸਤਿਗੁਰ ਕਹਿਣਗੇ, ਭਾਈ ਜਿਸ ਵਖਰ ਕੋ ਲੈਣ ਤੂੰ ਆਇਆ, ਜਿਸ ਨਾਮ ਦੀ ਵਸਤੂ ਲਈ ਤੂੰ ਸੰਸਾਰ ਦੇ ਵਿੱਚ ਆਇਆ, ਕਿੱਥੋਂ ਮਿਲੇਗੀ? ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਕਰ ਪਾਇਆ। ਸਤਿਗੁਰੂ ਜੀ, ਇਹਦੀ ਫਿਰ ਕੀਮਤ ਵੀ ਕੋਈ ਹੈ? ਇਹਦੀ ਭੇਟਾ ਦੇਣੀ ਪਏਗੀ? ਕਹਿੰਦੇ ਹਾਂ, ਭੇਟਾ ਵੀ ਹੈ। ਤਜ ਅਭਿਮਾਨ ਲਿਹੋ ਮਨ ਮੋਲ, RAM ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤ ਹੈ ਸੰਗ ਚਾਲ, ਅਬਰ ਤਿਆਗ ਵਿਖਿਆ ਜੰਜਾਲ। ਸਤਿਗੁਰੂ ਜੀ, ਕੀ ਹੋਏਗਾ ਪ੍ਰਾਪਤੀ ਕਰਕੇ? ਕੀ ਹੋਏਗਾ ਅੰਦਰੋਂ ਬਾਹਰੋਂ ਨਿਰਮਲ ਹੋ ਕੇ? ਕੀ ਮਿਲੇਗਾ? ਕਹਿੰਦੇ ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗੇ ਸੋਏ। ਇਹ ਵਪਾਰ ਬਿਰਲਾ ਵਪਾਰੇ ਜਿਹੜੇ ਕਰਦੇ ਆ, ਨਾਨਕ ਤਿਨ ਕਹਿ ਸਦ ਬਲਿਹਾਰ। ਕਹਿੰਦੇ ਮੈਂ ਉਹਨਾਂ ਤੋਂ ਸਦ ਕੇ ਜਾਂਦਾ ਹਾਂ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਸਾਹਿਬ ਮਹਾਰਾਜ ਕਹਿੰਦੇ, ਭਾਈ ਸੱਚ ਵਪਾਰ ਕਰੋ ਵਪਾਰੀ, ਦਰਗਹ ਨਿਵੈ ਖੇਪ ਤੁਮਾਰੀ। ਉਹ ਵਪਾਰ ਕਰਨਾ ਹੈ ਤੇ ਉਹ ਤਾਂ ਹੀ ਹੋ ਸਕਦਾ, ਕਹਿੰਦੇ ਨਾਮ ਦਾ ਵਪਾਰ, ਜੇ ਤੂੰ ਅੰਦਰੋਂ ਬਾਹਰੋਂ ਇੱਕ ਹੋਏਗਾ। ਜੀਓ ਨਿਰਮਲ ਬਾਹਰੋਂ ਨਿਰਮਲ, ਮਨ ਸਾਚਾ ਮੁਖ ਸਾਚਾ ਸੋ। ਮਨ ਦੇ ਵਿੱਚ ਵੀ ਪ੍ਰਮਾਤਮਾ ਤੇ ਮੁਖ ਦੇ ਵਿੱਚ ਵੀ ਪ੍ਰਮਾਤਮਾ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ। ਉਸ ਪ੍ਰਭੂ ਪਿਆਰੇ ਦੇ ਇਹ ਲੱਛਣ ਹਨ। ਕਿਹਦੇ ਲੱਛਣ ਹਨ? ਜਿਹੜਾ ਜੀਓ ਨਿਰਮਲ ਬਾਹਰੋਂ ਨਿਰਮਲ, ਜਿਹੜਾ ਅੰਦਰੋਂ ਬਾਹਰੋਂ ਇੱਕ ਬਣ ਗਿਆ। ਇੱਕ ਜੀਵਨ ਦੇ ਵਿੱਚ ਹੈ ਵਿਚਾਰ, ਦੂਸਰੀ ਚੀਜ਼ ਹੈ ਹੰਕਾਰ, ਤੇ ਤੀਸਰਾ ਹੈ ਪਿਆਰ। ਕਿਉਂਕਿ ਕਈ ਵੇਲੇ ਮਨੁੱਖ ਦੇ ਅੰਦਰ ਵਿਚਾਰਾਂ ਉੱਠਦੀਆਂ, ਬਾਣੀ ਸੁਣਦਾ ਜ਼ਰੂਰ ਹੈ, ਪਰ ਆਪਣੀਆਂ ਵਿਚਾਰਾਂ ਦੇ ਉੱਪਰ ਜੀਵਨ ਖੜਾ ਕਰ ਲੈਂਦਾ ਹੈ। ਕਈ ਵੇਲੇ ਉਹਨਾਂ ਵਿਚਾਰਾਂ ਦਾ, ਉਹਨਾਂ ਕੀਤੇ ਹੋਏ ਪਾਠਾਂ ਦਾ, ਉਹਨਾਂ ਕੀਤੀਆਂ ਹੋਈਆਂ ਸੇਵਾਵਾਂ ਦਾ ਹੰਕਾਰ ਕਰਦਾ ਹੈ। ਪਰ ਪ੍ਰਵਾਨ ਉਹੀ ਹੁੰਦਾ ਜਿਹੜਾ ਪਿਆਰ ਕਰਦਾ ਹੈ। ਕਿਉਂਕਿ ਉਹਦੇ ਨਾਲ ਨਾ ਅਸੀਂ ਵਿਚਾਰ ਕਰ ਸਕਦੇ ਹਾਂ, ਨਾ ਹੰਕਾਰ ਕਰ ਸਕਦੇ ਹਾਂ। ਉਹ ਤਾਂ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ, ਕਿਉਂਕਿ ਉਹ ਅੰਤਰਜਾਮੀ ਹੈ, ਅੰਦਰ ਨੂੰ ਜਾਣਦਾ ਹੈ। ਅਸੀਂ ਕਿੰਨੇ ਕੁ ਅੰਦਰੋਂ ਚੰਗੇ ਹਾਂ, ਇਹ ਅੰਦਰਲੀ ਗਤ ਪ੍ਰਮਾਤਮਾ ਹੀ ਜਾਣਦਾ, ਅੰਦਰਲੀ ਅਵਸਥਾ ਪ੍ਰਮਾਤਮਾ ਜਾਣਦਾ। ਹਾਂ, ਜਿਹਨਾਂ ਨੇ ਸਤਿਗੁਰੂ ਦੀ ਹਦਾਇਤ ਲਈ ਹੈ, ਜੋ ਸਤਿਗੁਰੂ ਕਹਿੰਦਾ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ। ਜੋ ਮੇਰੇ ਗੁਰੂ ਨੇ ਕਿਹਾ ਹੈ, ਸਤਿਗੁਰੂ ਨੇ ਬਹੁਤ ਵੱਡੀ ਕਿਰਪਾ ਸਾਡੇ ਜੀਵਨ ਦੇ ਵਿੱਚ ਕੀਤੀ, ਜਿਨ੍ਹਾਂ ਨੇ ਜੀਵਨ ਕਮਾਇਆ। ਕਵੀ ਸੰਤੋਖ ਸਿੰਘ ਕੈਂਥਲ ਦੇ ਰਾਜੇ ਦੇ ਕੋਲ, ਰਾਜਾ ਉਦੇ ਸਿੰਘ ਦੇ ਕੋਲ ਰਹਿੰਦੇ ਸਨ।
ਉਹਨਾਂ ਦੇ ਦਰਬਾਰ ਦੇ ਬਹੁਤ ਵੱਡੇ ਵਿਦਵਾਨ ਸਨ ਔਰ ਬਾਕੀ ਬਹੁਤ ਵੱਡੇ ਵਿਦਵਾਨ ਸਾਡੀ ਕੌਮ ਦੇ। ਕਹਿੰਦੇ ਹਨ ਇੱਕ ਵਾਰੀ ਇੱਕ ਵਿਦਵਾਨ, ਆਪਣੇ ਆਪ ਨੂੰ ਕਹਾਉਣ ਵਾਲਾ, ਅਖੌਤੀ ਕਹਿ ਸਕਦੇ ਆ, ਅਖੌਤੀ ਵਿਦਵਾਨ ਆਇਆ ਰਾਜਾ ਉਦੈ ਸਿੰਘ ਨੂੰ, ਕਹਿੰਦਾ ਹੈ, ਕਹਿਣ ਲੱਗੇ ਤੁਹਾਨੂੰ ਹੋਰ ਕੋਈ ਬੰਦਾ ਨਹੀਂ ਮਿਲਦਾ ਵੀ ਇੱਕ ਵਿਦਵਾਨ ਨੂੰ ਉਹਦੇ ਤੁਸੀਂ ਸੁਣੀ ਜਾਂਦੇ ਹੋ, ਉਹ ਜੋ ਕਹਿੰਦਾ ਮੰਨ ਲੈਂਦੇ ਹੋ, ਤੁਹਾਨੂੰ ਹੋਰ ਕੋਈ ਵਿਦਵਾਨਾਂ ਦੀ ਕਦਰ ਨਹੀਂ ਹੈ। ਕਿਉਂਕਿ ਜਿਹੜੇ ਵੱਡੇ ਬੰਦੇ ਹੁੰਦੇ ਨੇ ਉਹ ਕੰਨਾਂ ਦੇ ਕੱਚੇ ਹੁੰਦੇ ਆ। ਰਾਜੇ ਮਹਾਰਾਜ ਇੱਦਾਂ ਦੇ ਜੋ ਕੰਨਾਂ 'ਚ ਜਿਸੇ ਨੇ ਕੰਨ ਗੱਲ ਪਾਤੇ ਉੱਦਾਂ ਦੀ ਪੈ ਜਾਂਦੀ, ਕੰਨਾਂ ਦੇ ਕੱਚੇ ਹੁੰਦੇ। ਉਹਨੇ ਕਿਹਾ ਵੀ ਕੀ ਕਰਨਾ? ਕਹਿੰਦਾ ਜੀ ਬਹਿਸ ਕਰਾਓ ਸਾਡੇ ਨਾਲ, ਵਿਚਾਰ ਕਰਾਓ। ਰਾਜਾ ਉਦੈ ਸਿੰਘ ਨੇ ਭਾਈ ਸੰਤੋਖ ਸਿੰਘ ਜੀ, ਕਵੀ ਸੰਤੋਖ ਸਿੰਘ ਜੀ ਨੂੰ ਸੁਨੇਹਾ ਭੇਜਿਆ ਵੀ ਕੱਲ੍ਹ ਫਲਾਣਾ ਵਿਦਵਾਨ ਆਏਗਾ ਅਤੇ ਦਰਬਾਰ ਦੇ ਵਿੱਚ ਵਿਚਾਰ ਹੋਏਗੀ। ਉਹਨਾਂ ਪੁੱਛਿਆ ਕੌਣ ਹੈ, ਕਿੱਥੇ ਰਹਿੰਦਾ, ਸਾਰਾ ਕੁਝ ਪਤਾ ਕਰ ਲਿਆ। ਕਵੀ ਜੀ ਸੰਤੋਖ ਸਿੰਘ ਜੀ ਰਾਤ ਨੂੰ ਉਹਦੇ ਘਰ ਚਲੇ ਗਏ। ਕਹਿੰਦੇ ਉਸ ਸਮੇਂ ਦੇ ਵਿੱਚ ਬਹੁਤ ਹੁੰਦੇ ਸਨ 25 ਰੁਪਈਏ, 2 ਸੋਨੇ ਦੇ ਕੰਗਣ, ਇੱਕ ਦੁਸ਼ਾਲਾ। ਉਸ ਵਿਦਵਾਨ ਦੇ ਘਰ ਪਹੁੰਚ ਗਏ। ਉਹਨੂੰ ਆਖਿਆ ਮੈਂ ਕਵੀ ਸੰਤੋਖ ਸਿੰਘ ਹਾਂ, ਆਹ ਦੁਸ਼ਾਲਾ ਤੁਹਾਡੇ ਵਾਸਤੇ, ਆਹ 25 ਰੁਪਈਏ ਭੇਟਾ ਰੱਖੀ, ਆਹ ਕੰਗਣ ਸੋਨੇ ਦੇ ਆ। ਮੈਂ ਬੇਨਤੀ ਕਰਨ ਆਇਆ ਵੀ ਤੁਸੀਂ ਵਿਚਾਰ ਨਾ ਕਰਿਓ। ਉਹਨੂੰ ਹੋਰ ਹੰਕਾਰ ਵੱਧ ਗਿਆ ਹੈ, ਉਹਨੂੰ ਹੋਰ ਹੰਕਾਰ ਵੱਧ ਗਿਆ। ਉਹ ਕਹਿਣ ਲੱਗਾ ਠੀਕ ਹੈ, ਉਦੋਂ ਤਾਂ ਮੰਨ ਗਿਆ, ਪਰ ਦੂਸਰੇ ਦਿਨ ਫੇਰ ਆ ਗਿਆ। ਰਾਜੇ ਨੂੰ ਕਹਿੰਦਾ ਦੇਖੋ ਤੁਹਾਡਾ ਕਵੀ ਜਿਹੜਾ ਰਾਤੀ ਮਿੰਨਤਾਂ ਕਰਕੇ ਗਿਆ ਹਾਰ ਗਿਆ ਹੈ। ਉਹਨੇ ਹਾਰ ਮੰਨ ਲਈ। ਤੇ ਰਾਜਾ ਉਦੈ ਸਿੰਘ ਸੋਚਦਾ ਵੀ ਹੋ ਨਹੀਂ ਸਕਦਾ। ਕਵੀ ਜੀ ਨੂੰ ਸੁਨੇਹਾ ਭੇਜਿਆ, ਕਵੀ ਸੰਤੋਖ ਸਿੰਘ ਆ ਗਏ। ਕਹਿੰਦੇ ਤੁਸੀਂ ਕਿਹਾ? ਕਹਿਣ ਲੱਗੇ ਮੈਂ ਕਿਹਾ ਤਾਂ ਹੈ। ਕਹਿਣ ਲੱਗੇ ਵਿਚਾਰ ਤੋਂ ਡਰਦਾ ਹੈ। ਤੇ ਕਵੀ ਸੰਤੋਖ ਸਿੰਘ ਕਹਿਣ ਲੱਗੇ ਪੰਡਤ ਜੀ ਜੋ ਤੁਸੀਂ ਪੁੱਛਣਾ ਪੁੱਛ ਲਓ। ਜਿਸ ਵੇਲੇ ਉਹ ਪੁੱਛਦਾ ਹੈ ਤੇ ਕਵੀ ਸੰਤੋਖ ਸਿੰਘ ਇੱਕ ਗੱਲ ਦੇ 2-2 ਅਰਥ ਕਰਕੇ ਦੱਸ ਦਿੰਦੇ ਆ, ਕਵਿਤਾ ਰੂਪ ਦੇ ਵਿੱਚ ਦੱਸਦੇ ਆ। ਖੜਾ ਹੋ ਗਿਆ ਤੇ ਕਵੀ ਸੰਤੋਖ ਸਿੰਘ ਦੇ ਚਰਨਾਂ ਨੂੰ ਫੜ ਲਿਆ। ਕਹਿਣ ਲੱਗਾ ਤੂੰ ਤਾਂ ਪੈਰਾਂ ਤੋਂ ਲੈ ਕੇ ਸਿਰ ਤੱਕ ਗੁਣਾਂ ਦੇ ਨਾਲ ਭਰਿਆ ਹੋਇਆ ਹੈ, ਮੈਂ ਤੈਨੂੰ ਨਹੀਂ ਹਰਾ ਸਕਦਾ, ਮੈਂ ਤੇਰੀ ਗੱਲ ਸਮਝਿਆ ਨਹੀਂ। ਕਹਿੰਦਾ ਕਵੀ ਸੰਤੋਖ ਸਿੰਘ ਨੇ ਆਖਿਆ, ਕਹਿਣ ਲੱਗੇ ਮੇਰੇ ਗੁਰੂ ਨੇ ਆਖਿਆ ਵੀ ਕਿਸੇ ਦੀ ਦਰਬਾਰ ਦੇ ਵਿੱਚ ਬੇਇੱਜ਼ਤੀ ਨਾ ਹੋ ਜਾਏ ਤੇਰੀ ਵਿਦਵਤਾ ਦੇ ਨਾਲ, ਤੇ ਮੈਂ ਇਸ ਕਰਕੇ ਮੈਂ ਤੇਰੇ ਕੋਲ ਰਾਤੀ ਗਿਆ ਸੀ ਪਰ ਤੂੰ ਹੁਣ ਨਹੀਂ ਮੰਨਿਆ। ਤੇ ਸਤਿਗੁਰੂ ਨੇ ਮੈਨੂੰ ਹਦਾਇਤ ਹੀ ਇਹ ਦਿੱਤੀ ਹੈ, ਸਤਿਗੁਰੂ ਦੀ ਹਦਾਇਤ ਸੀ ਪਰ ਤੂੰ ਨਹੀਂ ਮੰਨਿਆ, ਤੇ ਹੁਣ ਸਤਿਗੁਰੂ ਹੀ ਵਰਤਿਆ, ਮੈਂ ਕੁਛ ਨਹੀਂ ਹਾਂ। ਸਾਹਿਬ ਕਹਿੰਦੇ ਜਿਹੜੇ ਅੰਦਰੋਂ ਬਾਹਰੋਂ ਇੱਕ ਹੋ ਜਾਂਦੇ, ਅੰਦਰੋਂ ਕੁਛ ਵੀ ਨਹੀਂ ਹੈ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਗੁਰੂ ਦੀ ਹਦਾਇਤ ਦੇ ਮੁਤਾਬਕ ਉਹ ਆਪਣੇ ਜੀਵਨ ਨੂੰ ਕਮਾਉਂਦੇ ਆ। ਤੇ ਜਿਹੜੇ ਫਿਰ ਅੰਦਰੋਂ ਬਾਹਰੋਂ ਇੱਕ ਹੁੰਦੇ ਆ ਨਾ, ਸਾਹਿਬ ਕਹਿੰਦੇ ਕੂੜ ਕੀ ਸੋਏ ਪਹੁੰਚੇ ਨਾਹੀਂ। ਉਹਨਾਂ ਨੂੰ ਕਹਿੰਦੇ ਹਨ ਕੂੜ ਦੀ ਤਾਂ ਸੋਏ ਕਹਿੰਦੇ ਖਬਰ, ਉਹਨਾਂ ਦੇ ਕੰਨਾਂ ਤੱਕ ਨਹੀਂ ਕੂੜ ਦੀ ਖਬਰ ਪਹੁੰਚ ਸਕਦੀ। ਨਹੀਂ ਤਾਂ ਫਿਰ ਸਤਿਗੁਰੂ ਨੇ ਪਿੱਛੇ ਦੱਸਿਆ ਸੀ, ਕਹਿੰਦੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਇਹਨੂੰ ਤਾਂ ਤ੍ਰਿਸ਼ਨਾ ਦਾ ਰੋਗ ਲੱਗ ਗਿਆ। ਇਹਨਾਂ ਨੇ ਕੀ ਕੀਤਾ? ਕਹਿੰਦੇ ਇਸ ਕਰਕੇ ਲੱਗਾ ਜਿਨ ਸੱਚ ਤਜਿਆ ਕੂੜੇ ਲੱਗ ਗਏ। ਪਰ ਜਿਹੜੇ ਅੰਦਰੋਂ ਬਾਹਰੋਂ ਇੱਕ ਹੋ ਗਏ, ਉਹਨਾਂ ਨੇ ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ। ਉਹ ਉਹਨਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦੀ ਲੀਨਤਾ ਹੋ ਜਾਂਦੀ, ਪ੍ਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ ਆ। ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾਰੇ। ਹਾਂ ਕਹਿੰਦੇ ਇਹ ਪ੍ਰਮਾਤਮਾ ਦੇ ਜਿਹੜਾ ਰਤਨ ਜਨਮ ਦਿੱਤਾ ਹੈ, ਜਿਨ੍ਹਾਂ ਨੇ ਇਸ ਨੂੰ ਖੱਟ ਲਿਆ, ਭਾਵ ਇਸ ਜੀਵਨ ਨੂੰ ਸਫਲ ਕਰ ਲਿਆ, ਉਹਨਾਂ ਦਾ ਆਉਣਾ ਸੰਸਾਰ ਦੇ ਵਿੱਚ ਸਫਲ ਹੋ ਗਿਆ। ਭਲੇ ਸੇ ਬਣ ਜਾ ਰਹੇ। ਸਾਹਿਬ ਜੀ ਕਹਿੰਦੇ ਆਏ ਸਾਰੇ ਆਪਾਂ ਬਣ ਜਾ ਰਹੀ ਹਾਂ, ਤੇ ਨਾਲ ਹਦਾਇਤ ਕੀਤੀ ਆ, ਕਹਿੰਦੇ ਵੰਡ ਕਰੋ ਬਣ ਜਾ ਰਹੇ ਹੋ, ਬਖਰ ਲਿਓ ਸਮਾਲ ਐਸੀ ਵਸਤ ਵਸਾਈਏ ਜੈਸੀ ਨਿਭ ਹੈ ਨਾਲ। ਤੇ ਸਤਿਗੁਰੂ ਕਿਰਪਾ ਕਰਦੇ ਆ, ਕਹਿੰਦੇ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾ ਰਹੇ। ਕਹਿੰਦੇ ਉਹ ਵਣਜ ਕਰਨ ਵਾਲੇ ਭਲੇ ਹਨ, ਜਿਨ੍ਹਾਂ ਨੇ
इस जन्म नूं समझ लिया है। कादे वास्ते मिलिया? रोज़ असीं पढ़ते हैं, भई प्रापत मानुख दे हुरिया, गोबिंद मिलन की यह तेरी वारी। सारी जिंदगी निकल गई, 12 वर्ष बालपन बीते, 20 वर्ष कछ तप ना कियो, 30 वर्ष कछ देव ना पूजा, फिर पछताना बिरध प्यो, मेरी मेरी करते सब जन्म। सारी जिंदगी निकल गई। बड़ी सोहनी उदाहरण दिंदे आ भाई गुरदास साहब जी, कहते शुद्ध ना होवे बाल बुद्ध, बालक लीला विच बहावे। हुण एक बच्चा है, असीं आम कह दिंदे लो जी तो बच्चा है, इनू धर्म नू की समझेगा। शुद्ध ना होवे बाल बुद्ध, बालक लीला विच बहावे। बचपन विच ही असीं हुण लो जी इहदे उपर कोई नू फिक्र नहीं पाउणा, ये बच्चा है, इनू खेलण मिलण दी उम्र है, असीं इस तरह जी। पर गुरु साहब तां प्रैक्टिकल करके दस गए। उन्हां दी उदाहरण दिंदे जिन्हां ने 5-5 साल विच रब दे रस्ते ते तुर पए सी। राम जपो जी ऐसे ऐसे, ध्रुव प्रहलाद जपियो हर जैसे। क्योंकि एक नुकता गुरमत का समझण वाला है। जे असीं समझ लीए, हुण गुरु साहब गुरु हरकृष्ण साहब जी महाराज 5 साल ते 3 महीने की उम्र दे विच गुरु बन गए। जे हुण समझिया जाए कि नीयत किया जाए कि कोई 40-50 साल की उम्र में ही गुरु बनेगा, फिर ये भी नीयत करना पएगा भी रिटायर कदों करना है इसनूं। ये फिर जोत नहीं हुई, ये तो फिर गद्दी हो गई भी एक बैठ गया, दूसरा मर गया, तीसरा बैठ गया। नहीं, ये तो जोत है। जोत दात जोत खसमे वडियाई। तो इत्थे तो परमात्मा वरतदा, उन्हां बच्चों के विच वरतिया ते जिन्हां ने लोकां नूं समझा दिता। बाणी कहती राम जपो जी ऐसे ऐसे, ध्रुव प्रहलाद जपियो हर जैसे। बच्चे सी ना, 4 साल की उम्र सी बाबा अजय सिंह दी, बाबा बंदा सिंह बहादुर का पुत्र, साडे गुरु साहब जी दे छोटे लाल बाबा जोरावर सिंह, बाबा फतेह सिंह। 7 ते 9 साल की उम्र, किन्नी क उम्र होंदी। असीं यही करते करते बचपन कढ़ दिता। कहते शुद्ध ना होवे बाल बुद्ध, बालक लीला विच बहावे। फिर जवानी आ गई, भर जोबन भरमाइए, पर धन पर निंद लभावे। जवानी भी कढ़ दी। तो फिर आ गया बुढ़ेपा। बिरध हुआ जंजाल विच, महा जंजाल परिवार पुहावे। हालत की हो गई? अन्ना बोला पिंगला, तन थका मन दह दिसता। अन्ना मतलब नज़र घट गई, बोला हो गया कन्ना तो घट सुनता है, पिंगला गोडे दुखते। अन्ना बोला पिंगला, तन थका मन दह दिसता। क्योंकि जवानी विच पाप करता सी तन दे नाल, बुढ़ेपे विच करता मन दे। स्पीड उही है, मन तो उही है ना, मन की स्पीड उही है, उहदे नाल ही पाप करी जा रहे हैं। तो सतगुरु महाराज कहते तन थका, शरीर थक गया, शरीर थक गया, पर मन दे पाप उही, सोच उही है। तन थका मन दह तिसता। चरण शीस कर कंपन लागे, नैनी नीर असार बहे, जेवा बचन सुध नहीं निकसे, तब रे धर्म की आस करे। बंदा समझो भी हले तो सारी उम्र पई आ, परमात्मा का नाम जप लवांगे, हले बहुत समा है। सतगुरु कहते नहीं पाई। तो की होएगा? कहते साध संगत गुर शब्द बिन, 184 जोन भरमावे। गुरु के शब्द अते गुरु की संगत तो बिना, क्योंकि जीवन ही इत्थे घड़िया जाएगा। मैं पिछले दिनों च बेनती की सी, सतगुरु गुरु नानक साहब महाराज जी साडे ते कृपा करते हैं। कहते इत्थे आके घड़े जाओगे। की घड़िया जाता है? सरमखंड की बाणी रूप, तिथे घाड़त घड़िए बहुत अनूप, बेमिसाल घाड़त घड़ी जाए। की घड़िया जाएगा? तिथे घड़िए सुरत, ये जिहड़ा भांडा है, सुरत मत अकल मन, जिहदे विचों संकल्प ते विकल्प उठते हैं। बुद्ध जिहड़ी है, बुद्ध तो सारिਆਂ कोल होंदी, चोरी करते चोरां कोल भी बुद्ध होंदी, अकल होंदी है। पाप करन वालिਆਂ कोल भी अकल होंदी है, विकार करन वालिਆਂ। पर इदां दी बुद्ध देगा कि किहड़ा काम साडे वास्ते पुण्य है, किहड़ा साडे वास्ते पाप है। इदां दी घाड़त गुरु घड़ दिंदा है। तिथे घड़िए सुरत मत मन बुद्ध, तिथे घड़िए सुरां सिद्धां की सुध। इदां दी अवस्था सतगुरु बना दिंदा है। ते संगत करनी और गुरु नूं धारण करना, साध संगत गुर शब्द बिन, 184 जोन भरमावे, अवसर चूका
ਹੱਥ ਨਾ ਆਵੇ। ਇਹ ਜਿਹੜਾ ਸਮਾਂ ਮਿਲਿਆ ਨਾ ਦੁਬਾਰਾ ਨਹੀਂ ਮਿਲੇਗਾ। ਜਿਹੜੇ ਖੱਟ ਕੇ ਚਲੇ ਗਏ, ਇੱਕ ਸ਼ਬਦ ਪੜ੍ਹ ਰਹੇ ਅਸੀਂ ਆਨੰਦਪੁਰ ਸਾਹਿਬ, ਸਿੱਖ ਸ਼ਲੋਕ ਹੀ ਹੈ, ਆਪ ਜੀ ਨੇ ਵੀ ਕਈ ਵੇਲੇ ਸੁਣਿਆ, ਬੜੀ ਸੁਰ ਦੇ ਵਿੱਚ ਪੜ੍ਹ ਰਹੇ ਸਨ। ਕਬੀਰ ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ ਕਿਆ ਜਾਣੋ, ਕਿਸ ਹਰ ਕੀਆ ਭਇਓ ਕਬੀਰ ਕਬੀਰ। ਜਦੋਂ ਇਹ ਸ਼ਲੋਕ ਪੜ੍ਹ ਕੇ ਉੱਠ ਗਏ, ਸੱਚੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਵਾਜ਼ ਦਿੱਤੀ, ਭਲੇ ਪੁਰਸ਼ੋ ਇਹ ਕਿਹਦਾ ਸ਼ਲੋਕ ਸੀ? ਕਹਿੰਦੇ ਕਬੀਰ ਸਾਹਿਬ ਦਾ। ਹੁਣ ਮੈਨੂੰ ਇਹ ਦੱਸੋ ਵੀ ਕਬੀਰ ਸਾਹਿਬ ਦੇ ਸਮੇਂ ਦੇ ਵਿੱਚ ਬਾਦਸ਼ਾਹ ਕੌਣ ਸੀ? ਸੋਚਾਂ ਵਿੱਚ ਸਾਰੇ ਪੈ ਗਏ। ਸਤਿਗੁਰੂ ਕਹਿੰਦੇ ਕੀ ਗੱਲ ਭਾਈ, ਜਲਦੀ ਦੱਸਣਾ ਚਾਹੀਦਾ। ਦੋ ਚਾਰ ਸਿੱਖਾਂ ਨੇ ਕਿਹਾ ਵੀ ਸਿਕੰਦਰ ਲੋਧੀ ਸੀ। ਮਤਲਬ ਕਾਫੀ ਦਿਮਾਗ ਤੇ ਜ਼ੋਰ ਪਾਉਣਾ ਪਿਆ। ਅੱਜ ਕਬੀਰ ਨੂੰ ਤਾਂ ਪੂਰੀ ਦੁਨੀਆ ਜਾਣਦੀ ਹੈ, ਕਿਉਂਕਿ ਉਹਨਾਂ ਨੇ ਜਨਮ ਰਤਨ ਜਿਨੀ ਖੱਟਿਆ, ਉਹਨਾਂ ਨੇ ਇਸ ਜਨਮ ਨੂੰ ਸਫਲਾ ਕਰ ਲਿਆ। ਅਸੀਂ ਚਿੰਤਾ ਕਰਦੇ ਹਾਂ ਬੰਦਾ ਮਰ ਗਿਆ, ਮਰ ਜਾਵਾਂਗੇ, ਪਤਾ ਨਹੀਂ ਕੀ ਹੋਏਗਾ। ਸਭ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਉਸ ਚੀਜ਼ ਦੀ ਚਿੰਤਾ ਕਰੋ ਜਿਹੜੀ ਅਨਹੋਣੀ ਹੋ ਜਾਏ, ਵੀ ਕਿਹੜੀ ਲੋਕਾਂ ਨਾਲ ਨਹੀਂ ਹੋਈ ਮੇਰੇ ਨਾਲ ਹੋ ਗਈ ਹੈ, ਉਹਦੀ ਚਿੰਤਾ ਕਰ। ਇਹ ਮਾਰਗ ਸੰਸਾਰ, ਇਹ ਮੌਤ ਤਾਂ ਆਈ ਜਾਏਗੀ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਵੀ ਸਾਰੇ ਚਮਾਰ ਖਾਲੀ ਰਹਿ ਗਏ, ਭਗਤ ਰਵਿਦਾਸ ਨੇ ਨਾਮ ਜਪਿਆ, ਇਹ ਅਨਹੋਣੀ ਗੱਲ ਹੈ। ਸਾਰੇ ਸ਼ਿੰਬੇ ਖਾਲੀ ਰਹਿ ਗਏ, ਭਗਤ ਨਾਮਦੇਵ ਨੇ ਨਾਮ। ਸਾਰੇ ਜੱਟ ਖਾਲੀ ਰਹਿ ਗਏ, ਭਗਤ ਅੰਨਾ ਨੇ ਜੱਟ ਨਾਮ ਜਪਿਆ। ਸਾਰੇ ਜੁਲਾਹੇ ਖਾਲੀ ਰਹਿ ਗਏ, ਭਗਤ ਕਬੀਰ ਨੇ ਨਾਮ ਜਪਿਆ। ਇਹ ਅਨਹੋਣੀ ਗੱਲ ਹੈ ਜਿਹੜੀ ਕਦੇ ਹੋਈ ਨਹੀਂ ਸੀ। ਕਹਿੰਦੇ ਉਹਨਾਂ ਨੇ ਜਨਮ ਨੂੰ ਖੱਟ ਲਿਆ, ਜਨਮ ਸਫਲ ਕਰ ਲਿਆ, ਇਹ ਦੁਬਾਰਾ ਨਹੀਂ ਮਿਲੇਗਾ। ਕਬੀਰ ਮਾਨਸ ਜਨਮ ਦਲੰਭ ਹੈ, ਹੋਰ ਨਾ ਬਾਰੰਬਾਰ, ਜਿਉਂ ਫਲ ਪਾ ਕੇ ਭੋਏ ਗਿਰੇ ਬਹੁਰ ਨਾ ਲਾਗੇ। ਜਿਹੜਾ ਫਲ ਇੱਕ ਵਾਰੀ ਦਰਖਤ ਨਾਲੋਂ ਪੱਕ ਕੇ ਡਿੱਗ ਜਾਂਦਾ ਨਾ, ਉਹ ਦੁਬਾਰਾ ਨਹੀਂ ਜੁੜਦਾ। ਤੇ ਇਹ ਜਿੰਨਾ ਮਿਲਿਆ ਸਫਲ ਉਹਨੂੰ ਕਰ ਲਈਏ, ਜਿੰਨਾ ਮਿਲਿਆ ਉਹਨੂੰ ਆਪਣੇ ਸਤਿਗੁਰੂ ਦੇ ਸਤਿਗੁਰ ਤੇ ਕਰਨੀ ਕਮਾਣੀ, ਸਤਿਗੁਰੂ ਦੀ ਹਦਾਇਤ ਦੇ ਮੁਤਾਬਕ ਜੀਵਨ ਬਤੀਤ ਕਰ ਲਈਏ। ਬਹੁਤ ਭਾਗਾਂ ਵਾਲੇ ਆਪ ਜੀ, ਬੜਾ ਮਨ ਖੁਸ਼ ਹੁੰਦਾ ਹੈ। ਕਿਉਂਕਿ ਜਦੋਂ ਸਤਿਗੁਰੂ ਦੀ ਹਦਾਇਤ ਹੀ ਹੈ ਨਾ, ਸੰਗਤ ਕਰਨੀ ਹੈ, ਸਤਿਗੁਰੂ ਦੀ ਹਦਾਇਤ ਹੈ, ਗੁਰਬਾਣੀ ਪੜ੍ਹਨੀ ਹੈ। ਤੁਸੀਂ ਪੜ੍ਹ ਰਹੇ ਹੋ, ਸਤਿਗੁਰ ਤੇ ਕਰਨੀ ਕਮਾਣੀ। ਇਹ ਗੁਰੂ ਦੀ ਹਦਾਇਤ ਦੇ ਮੁਤਾਬਕ, ਜਿਹੜਾ ਗੁਰੂ ਦੀ ਹਦਾਇਤ ਦੇ, ਜਿਹੜਾ ਬੱਚਾ ਮਾਂ ਬਾਪ ਦੀ ਹਦਾਇਤ ਦੇ ਮੁਤਾਬਕ ਜੀਵਨ ਬਤੀਤ ਕਰਦਾ, ਬੜਾ ਸੁਖੀ ਹੁੰਦਾ। ਜਿਹੜਾ ਉਹਨਾਂ ਦੇ ਹੁਕਮ ਦੀ ਉਲੰਘਣਾ ਕਰਦਾ, ਬੜਾ ਦੁਖੀ ਹੁੰਦਾ। ਮਾਪਿਆਂ ਦੀ ਗੱਲ ਨਹੀਂ ਮੰਨਦਾ, ਸਿਆਣਿਆਂ ਦੀ ਗੱਲ ਨਹੀਂ ਮੰਨਦਾ, ਉਹ ਬੱਚਾ ਅੱਗੇ ਜਾ ਕੇ ਦੁਖੀ ਹੁੰਦਾ। ਤੇ ਜਿਹਨਾਂ ਨੇ ਜੀਵਨ ਦੇ ਵਿੱਚ ਮੰਨ ਲਈ ਹੈ, ਸੁੱਖ ਹੀ ਸੁੱਖ ਹੈ। ਸਭ ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ। ਇੱਕ ਭਾਵਨਾ ਜੀਵਨ ਦੇ ਵਿੱਚ ਵੀ ਮੇਰਾ ਗੁਰੂ ਹੀ ਮੇਰੇ ਵਾਸਤੇ ਸਭ ਕੁਝ ਹੈ। ਰੋਜ਼ ਤੁਸੀਂ ਪੜ੍ਹਦੇ ਹੋ, ਮੇਰੇ ਵਾਸਤੇ ਕੋਈ ਅਲੱਗ ਤੋਂ ਕੋਈ ਨਹੀਂ ਹੈ ਸ਼ਕਤੀ। ਕਹਿੰਦੇ ਮੇਰਾ ਗੁਰੂ ਹੀ ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ। ਮੇਰੇ ਵਾਸਤੇ ਕੋਈ ਅਲੱਗ ਤੋਂ ਨਹੀਂ, ਕੋਈ ਵਿਸ਼ਨੂੰ, ਕੋਈ ਸ਼ਿਵ ਜੀ, ਕੋਈ ਗੋਰਖ, ਕੋਈ ਨਹੀਂ ਹੈ। ਮੇਰਾ ਗੁਰੂ ਹੀ ਸਭ ਕੁਝ ਹੈ। ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਮੇਰੇ ਵਾਸਤੇ ਮੇਰਾ ਗੁਰੂ ਹੀ ਸਭ ਕੁਝ ਹੈ। ਇੱਕ ਆਪਾਂ ਆਨੰਦਪੁਰ ਸਾਹਿਬ ਜਾਂਦੇ ਹਾਂ, ਆਨੰਦਪੁਰ ਸਾਹਿਬ ਤੋਂ ਨੰਗਲ ਆਉਂਦਾ ਹੈ। ਨੰਗਲ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੈ ਗੁਰਚਰਨ ਸਿੰਘ, ਮੁੱਖ ਸੇਵਾਦਾਰ। ਉਹਨਾਂ ਦੇ ਲੜਕੀ ਦੀ ਸ਼ਾਦੀ ਸੀ, ਬਰਾਤ ਆ ਗਈ। ਤੇ ਜਦੋਂ ਬਰਾਤ ਆਈ, ਰਾਗੀ ਸਿੰਘ ਵੀ ਆਏ ਸਨ। ਉਹ ਸ਼ਬਦ ਪੜ੍ਹਨ ਲੱਗੇ, ਹਮ ਘਰ ਸਾਜਣ ਆਏ। ਉਹਨਾਂ ਨੇ ਭਾਈ ਸਾਹਿਬ ਨੂੰ ਰੋਕ ਦਿੱਤਾ, ਕਹਿੰਦੇ ਰੋਕੋ 5 ਮਿੰਟ। ਦੇਖੋ ਸਤਿਗੁਰ ਤੇ ਕਰਨੀ ਕਮਾਣੀ, ਗੁਰੂ ਦੀ ਜਿਹੜਾ ਹਦਾਇਤ ਵਿੱਚ ਚੱਲਦਾ ਹੈ। ਉਸ ਬੱਚੇ ਕੋਲ ਚਲੇ ਗਏ, ਉਹਦੀ ਜਾ ਕੇ ਦਾੜੀ ਨੂੰ ਹੱਥ ਲਾਇਆ ਤੇ ਦਾੜੀ ਉਹਦੀ ਕੱਟੀ ਹੋਈ ਸੀ। ਉਹਨੇ ਪੁੱਛਿਆ ਕਿਉਂ? ਉਹ ਕਹਿਣ ਲੱਗੇ ਜਿੱਦਣ ਅਸੀਂ ਮੰਗਣੀ ਕੀਤੀ ਹੈ ਉਦੋਂ ਤੇਰਾ ਦਾੜਾ ਸੀ, ਅੱਜ ਤੂੰ ਦਾੜੀ ਕੱਟੀ ਹੈ। ਘਬਰਾਹਟ ਆ ਗਿਆ, ਕਹਿੰਦਾ ਨਹੀਂ ਯਾਰ ਦੋਸਤਾਂ ਨੇ ਕਿਹਾ ਸੀ। ਉਹ ਕਹਿੰਦੇ ਕਿ ਬਰਾਤ ਲੈ ਜਾਓ ਵਾਪਸ। ਸ਼ੇਰ ਦੀ ਆਈ ਹੋਈ ਬਰਾਤ, ਦੁਨੀਆ ਦਾ ਜ਼ੋਰ ਲਾ ਲਿਆ ਉਹਨਾਂ ਨੇ। 8 ਵੱਜ ਗਏ ਰਾਤ ਦੇ, ਬਰਾਤ ਵਾਪਸ ਜਾਣੀ ਪਈ। ਉਹਨੇ ਆਨੰਦ ਕਾਰਜ, ਕਹਿੰਦਾ ਜਿਹੜਾ ਮੇਰੇ ਗੁਰੂ ਦਾ ਨਹੀਂ ਹੋਇਆ
ਮੇਰਾ ਕਿੱਥੇ ਹੋ ਜਾਏਗਾ, ਮੇਰਾ ਦਿਮਾਗ ਕਿੱਥੇ ਬਣ ਜਾਏਗਾ, ਮੈਂ ਤਾਂ ਤੈਨੂੰ ਪੁੱਤਰ ਬਣਾਉਣ ਲੱਗਾ ਸੀ ਨਾ। ਜਿਹੜਾ ਮੇਰੇ ਗੁਰੂ ਦਾ ਨਹੀਂ ਹੋਇਆ ਤੇ ਉਹ ਮੇਰਾ ਦਿਮਾਗ ਕੀ ਬਣ ਕੇ ਕੀ ਕਰੇਗਾ, ਮੇਰਾ ਪੁੱਤਰ ਬਣ ਕੇ ਨਹੀਂ ਮੰਨਿਆ। ਐਸੀਆਂ ਸ਼ਖਸੀਅਤਾਂ ਸਾਡੀ ਕੌਮ ਦੇ ਵਿੱਚ, ਕਿਉਂਕਿ ਜਿਹੜੇ ਸਤਿਗੁਰ ਤੇ ਕਰਨੇ, ਅਸੀਂ ਤਾਂ ਕਹਿੰਦੇ ਗੁਰੂ ਲਾਂਭੇ ਜਾਵੇ, ਅਸੀਂ ਕੀ ਲੈਣਾ ਦੇਣਾ। ਅਸੀਂ ਸ਼ਰਾਬਾਂ ਵੀ ਪਿਲਾਉਣੀਆਂ ਹਨ, ਅਸੀਂ ਮਾਸ ਵੀ ਖਿਲਾਉਣੇ ਆ, ਅਸੀਂ ਆਨੰਦ ਕਾਰਜ ਵੀ ਕਰਾਉਣਾ, ਅਸੀਂ ਸਾਰਾ ਗੁਰੂ ਕੀ ਕਹਿ ਸਕਦਾ, ਗੁਰੂ ਥੋੜ੍ਹੇ ਬੋਲਦਾ ਹੈ। ਤੇ ਅਸੀਂ ਤਾਂ ਸਾਰਾ ਕੁਝ ਸੋਚਦੇ ਆ ਤੇ ਗੁਰੂ ਸਭ ਕੁਝ ਦੇਖਦਾ ਹੈ। ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਦੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਆ ਦੇਖੋ ਨਾ, ਜੀਵਨ ਦੇ ਵਿੱਚ ਜਿਹੜੇ ਸਤਿਗੁਰ ਤੇ ਕਰਨੀ ਕਮਾਣੀ, ਜਿਹੜੇ ਗੁਰੂ ਦੀ ਹਦਾਇਤ ਦੇ ਮੁਤਾਬਕ ਜੀਵਨ ਪ੍ਰਾਪਤ ਕਰਦੇ ਆ, ਸਤਿਗੁਰ ਕਹਿੰਦੇ ਜਨਮ ਰਤਨ ਜਿਹਨੇ, ਉਹਨਾਂ ਦੇ ਕੂੜ ਕੀ ਸੋਏ। ਆ ਝੂਠ ਹੀ ਆ ਨਾ, ਸਾਰਾ ਕੁਝ ਕੂੜ ਹੈ। ਕੋਈ ਨਹੀਂ, ਕਿਸੇ ਦੀ ਗੱਲ ਨਹੀਂ ਸੁਣਦਾ ਵੀ ਨਹੀਂ ਸ਼ਰਾਬ ਪਿਲਾਓਗੇ ਤੇ ਰਿਸ਼ਤੇਦਾਰ ਨਾਰਾਜ਼ ਹੋ ਜਾਣਗੇ। ਉਹ ਕਹਿੰਦਾ ਮੇਰਾ ਗੁਰੂ ਨਾਰਾਜ਼ ਨਹੀਂ ਹੋਣਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਇੱਕ ਭਾਵਨਾ ਬਣ ਗਈ। ਕੂੜ ਕੀ, ਹੁਣ ਖਬਰ ਹੀ ਨਹੀਂ ਆਉਂਦੀ ਕੂੜ ਦੀ, ਇੱਦਾਂ ਦੀਆਂ ਗੱਲਾਂ ਦੀ। ਕੂੜ ਕੀ ਸੋਏ ਪਹੁੰਚੇ ਨਹੀਂ, ਮਨਸਾ ਸੱਚ ਸਮਾਣੀ, ਕਿਉਂਕਿ ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਜਿਹਨਾਂ ਦਾ ਅੰਦਰੋਂ ਪਵਿੱਤਰ ਰਹਿਣਾ, ਸਦਾ ਰਹੇ ਗੁਰ। 1-2 ਘੰਟੇ ਵਾਸਤੇ ਗੁਰੂ ਕੋਲ ਨਹੀਂ ਰਹਿੰਦੇ, ਸਦਾ ਰਹੇ ਗੁਰ ਨਾਲੇ। ਹਮੇਸ਼ਾ ਗੁਰੂ ਨੂੰ ਆਪਣੇ ਕੋਲ ਰੱਖਦੇ ਆ, ਹਮੇਸ਼ਾ ਗੁਰੂ ਦੇ ਕੋਲ ਰਹਿੰਦੇ ਆ। ਗੁਰ ਕੇ ਗ੍ਰਹਿ ਸੇਵਕ ਜੋ ਰਹੇ। ਮੈਂ ਜਿੱਦਾਂ ਕੱਲ੍ਹ ਬੇਨਤੀ ਕੀਤੀ ਸੀ, ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ 2.5 ਘੰਟੇ ਦਸਵੰਧ ਕੱਢੋ, 2.5 ਘੰਟੇ ਬਾਣੀ ਪੜ੍ਹੋ। ਮੈਂ ਕਹਿਣਾ ਚਾਹੁੰਦਾ ਕਿ 2.5 ਘੰਟੇ ਤੁਸੀਂ ਸਵਾਸ ਲਓ, 17.5 ਘੰਟੇ ਨਾਲ ਲਓ, ਤੁਸੀਂ ਜੀਂਦੇ ਰਹਿ ਸਕਦੇ ਹੋ। ਸਤਿਗੁਰੂ ਤਾਂ ਇਹ ਕਹਿ ਰਿਹਾ ਵੀ ਭਾਈ ਜਿੱਚਰ ਘਟ ਮੈਂ ਸਾਹ, ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹ। ਜਿੰਨੇ ਤੱਕ ਤਵਾਸ ਤੇਰੇ ਸਵਾਸ ਚੱਲਦੇ ਆ, ਪ੍ਰਮਾਤਮਾ ਨੂੰ ਜਪ। ਕੋਈ ਗਿਣਤੀਆਂ, ਕੋਈ ਟਾਈਮ ਦਾ ਸੰਬੰਧ ਹੀ ਕੋਈ ਨਹੀਂ ਹੈ। ਸਦਾ ਰਹੇ ਗੁਰ ਨਾਲੇ, ਹਮੇਸ਼ਾ ਤੂੰ ਗੁਰੂ ਦੇ ਨਾਲ ਰਹਿ। ਉਹ ਰਹਿਣਗੇ ਜਿਨ੍ਹਾਂ ਦੇ ਮਨ ਦੇ ਵਿੱਚ ਪਵਿੱਤਰਤਾ ਹੈ, ਜਿਨ੍ਹਾਂ ਦੇ ਅੰਦਰ ਮੈਲ ਹੈ ਨਾ, ਵੀ ਗੁਰੂ ਕੀ ਦੇਖਦਾ ਹੈ, ਗੁਰੂ ਕੀ ਕਰਦਾ, ਤੇ ਉਹ ਤੱਕ ਸਭ ਕੁਝ ਕਰ ਸਕਦੇ ਆ। ਸਭ ਕਹਿੰਦੇ ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਉਹ ਹਮੇਸ਼ਾ ਹੀ ਗੁਰੂ ਦੇ ਨਾਲ ਰਹਿੰਦੇ ਆ। ਉਹ ਫਕਰ ਨਾਲ ਕਹਿ ਸਕਦੇ ਆ, ਗੁਰ ਮੇਰੇ ਸੰਗ ਸਦਾ ਹੈ ਨਾ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੜਾਏ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ। ਅਣਗਿਣਤ ਭੁੱਲਾਂ ਨੂੰ ਬਖਸ਼ਦਿਆਂ ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।